हेलो स्टूडेंट्स, आई एम सुखविंदर फ्रॉम डिपार्टमेंट ऑफ इकोनॉमिक्स, GGDST कॉलेज हरियाणा हुशियारपुर। ਅੱਜ ਅਸੀਂ ਕਰਨ ਜਾ ਰਹੇ ਹਾਂ ਫਾਰਮ ਬਿਜ਼ਨਸ ਐਨਾਲਿਸਿਸ। ਟੌਪਿਕ ਅਸੀਂ ਕਰਾਂਗੇ ਫਾਰਮ ਬਿਜ਼ਨਸ ਐਨਾਲਿਸਿਸ। ਔਰ ਇਸ ਟੌਪਿਕ ਦੇ ਅੰਦਰ ਅਸੀਂ ਕਿਹੜੇ ਜਿਹੜੇ ਸਬ ਟੌਪਿਕਸ ਆ ਜਿਹੜੇ ਇਸ ਮੇਨ ਟੌਪਿਕ ਦੇ ਵਿੱਚ ਡਿਸਕਸ ਕਰਾਂਗੇ। ਉਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਕਰਨਾ ਫਾਰਮ ਬਿਜ਼ਨਸ ਐਨਾਲਿਸਿਸ ਕੀ ਹੈ, ਦੂਸਰੇ ਨੰਬਰ 'ਤੇ ਅਸੀਂ ਕਰਨਾ ਫਾਰਮ ਅਕਾਊਂਟੈਂਸੀ ਕੀ ਹੈ, ਤੀਸਰੇ 'ਤੇ ਆਬਜੈਕਟਿਵਸ ਆਫ ਫਾਰਮ ਅਕਾਊਂਟਸ ਕਰਾਂਗੇ। ਦੈਨ ਐਡਵਾਂਟੇਜਸ ਕੀ ਹੈਗੇ ਫਾਰਮ ਅਕਾਊਂਟਸ ਦੇ। ਉਸ ਤੋਂ ਬਾਅਦ ਸਟੈਪਸ ਕੀ ਹੈ ਫਾਰਮ ਐਨਾਲਿਸਿਸ ਜੋ ਤੁਸੀਂ ਕਰਦੇ ਹੋ ਉਹਦੇ ਸਟੈਪਸ। ਐਂਡ ਲਾਸਟ ਦੇ ਵਿੱਚ ਅਸੀਂ ਕਰਾਂਗੇ ਵਾਈ ਦੀ ਫਾਰਮਰਸ ਡਜ਼ ਨਾਟ ਮੇਨਟੇਨ ਦੀ ਰਿਕਾਰਡਸ ਔਰ ਵਟ ਆਰ ਦਾ ਪ੍ਰੋਬਲਮਸ ਟੂ ਮੇਨਟੇਨ ਦੀ ਫਾਰਮ ਅਕਾਊਂਟਸ ਔਰ ਫਾਰਮ ਰਿਕਾਰਡਸ। ਕਿ ਫਾਰਮਰਸ ਜਿਹੜੇ ਆ ਰਿਕਾਰਡ ਨਹੀਂ ਮੇਨਟੇਨ ਕਰਦੇ, ਕਿਉਂ ਨਹੀਂ ਕਰਦੇ, ਕੀ ਪ੍ਰੋਬਲਮਸ ਜਿਹੜੀਆਂ ਉਹਨਾਂ ਨੂੰ ਫੇਸ ਕਰਨੀਆਂ ਪੈਂਦੀਆਂ। ਫਸਟ ਜਿਹੜਾ ਅਸੀਂ ਕਰਾਂਗੇ ਵਟ ਇਜ਼ ਫਾਰਮ ਐਨਾਲਿਸਿਸ। ਐਨਾਲਿਸਿਸ ਕੀ ਹੈ, ਫਾਰਮ ਐਨਾਲਿਸਿਸ ਕੀ ਆ। ਜਿਹੜਾ ਰਾਸ਼ਨਲ ਫਾਰਮਰ ਹੋਏਗਾ, ਇੰਟੈਲੀਜੈਂਟ ਫਾਰਮਰ ਹੋਏਗਾ, ਉਹਦਾ ਜਿਹੜਾ ਮੇਨ ਆਬਜੈਕਟਿਵ ਆ ਉਹ ਆਪਣੇ ਪ੍ਰੋਫਿਟ ਨੂੰ ਮੈਕਸੀਮਮ ਕਰਨਾ ਹੋਏਗਾ। ਉਹ ਆਪਣੀ ਕੋਸਟ ਜਿਹੜੀ ਉਹਨੂੰ ਘੱਟ ਤੋਂ ਘੱਟ ਕਰਕੇ ਆਪਣੇ ਪ੍ਰੋਡਕਸ਼ਨ ਨੂੰ ਮੈਕਸੀਮਮ ਕਰਨਾ ਚਾਹੇਗਾ, ਅਤੇ ਤਾਂ ਜੋ ਉਹਦੀ ਜਿਹੜੀ ਮੋਨਟਰੀ ਇਨਕਮ ਆ, ਜਿਹੜੀ ਉਹਦੀ ਇਨਕਮ ਆ ਉਹ ਮੈਕਸੀਮਮ ਹੋਵੇ। ਅਤੇ ਇਹਦੇ ਲਈ ਉਹ ਕੀ ਕਰੂਗਾ, ਆਪਣੇ ਫਾਰਮ ਦੀ ਐਫੀਸ਼ੀਐਂਸੀ ਹੈ ਜਿਹੜੀ ਉਹਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰੇਗਾ। ਅਤੇ ਕੋਈ ਵੀ ਫਾਰਮਰ ਹੈ ਜਿਹੜਾ ਉਹ ਸਕਸੈਸਫੁਲ ਨਹੀਂ ਹੋ ਸਕਦਾ ਜੇ ਉਹ ਆਪਣੇ ਫਾਰਮ ਦੀ ਜਿਹੜੀ ਐਫੀਸ਼ੀਐਂਸੀ ਆ, ਆਪਣੇ ਫਾਰਮ ਦੀ ਐਫੀਸ਼ੀਐਂਸੀ ਨੂੰ ਵਧਾਉਣ ਦੇ ਲਈ ਐਕਟੀਵਿਟੀਜ਼ ਜਿਹੜੀਆਂ ਨਾ ਕਰੇ, ਸਟੈਪਸ ਨਾ ਉਠਾਏ। ਸੋ ਬਹੁਤ ਜ਼ਰੂਰੀ ਹੋ ਜਾਂਦਾ ਆ ਕਿ ਜਿਹੜਾ ਫਾਰਮਰ ਆ ਉਹ ਜਿਹੜੀਆਂ ਫਾਰਮ ਐਫੀਸ਼ੀਐਂਸੀ ਵਧਾਉਣ ਦੇ ਲਈ ਜਿਹੜੀਆਂ ਸਟੈਪਸ ਲਵੇ। ਔਰ ਉਹਦੇ ਲਈ ਬਹੁਤ ਜ਼ਰੂਰੀ ਹੋ ਜਾਂਦਾ ਕਿ ਉਹ ਫਾਰਮ ਐਫੀਸ਼ੀਐਂਸੀ ਨੂੰ ਚੈੱਕ ਕਰਨ ਦੇ ਲਈ ਰਿਕਾਰਡ ਮੇਨਟੇਨ ਕਰੇ। ਉਹਦੀਆਂ ਕਿੰਨੀਆਂ ਇਨਪੁਟਸ ਸੀ, ਉਹਨਾਂ ਦਾ ਕੀ ਪ੍ਰਾਈਸ ਸੀ, ਦੈਨ ਉਹਦੀ ਕਿੰਨੀ ਆਊਟਪੁੱਟ ਸੀ, ਉਹਦਾ ਕੀ ਪ੍ਰਾਈਸ ਸੀ, ਉਹਨੂੰ ਲੇਬਰ ਕਿਸ ਰੇਟ ਦੇ ਉੱਤੇ ਮਿਲੀ, ਉਹਦੀਆਂ ਐਗਰੀਕਲਚਰਲ ਇਕਵਿਪਮੈਂਟਸ ਦਾ ਕੀ ਪ੍ਰਾਈਸ ਸੀ, ਇਹ ਸਾਰਾ ਕੁਛ। ਔਰ ਜਿਹੜੀ ਫਾਰਮਰ ਬਿਜ਼ਨਸ ਟੈਕਨੀਕਸ ਕੈਨ ਬੀ ਟੈਸਟਡ ਓਨਲੀ ਇਫ ਹੀ ਇਜ਼ ਹੈਵਿੰਗ ਦੀ ਪ੍ਰੋਪਰ ਰਿਕਾਰਡਸ। ਕਿਉਂਕਿ ਜੇਕਰ ਉਹਦੇ ਕੋਲ ਰਿਕਾਰਡ ਹੀ ਨਹੀਂ ਹੋਏਗਾ ਫਿਰ ਚੈੱਕ ਕਿੱਦਾਂ ਹੋਏਗਾ ਕੀ ਚੇਂਜਸ ਆਈਆਂ। ਅਤੇ ਫਾਰਮ ਬਿਜ਼ਨਸ ਐਨਾਲਿਸਿਸ ਆ ਜਿਹੜਾ ਉਹ ਫਾਰਮ ਰਿਕਾਰਡਸ 'ਤੇ ਹੀ ਐਨਾਲਾਈਜ਼ ਕਰਨਾ ਤੁਸੀਂ। ਔਰ ਐਨਾਲਾਈਜ਼ ਤੁਸੀਂ ਤਾਂ ਹੀ ਕਰ ਸਕਦੇ ਹੋ, ਐਨਾਲਾਈਜ਼ ਤਾਂ ਹੀ ਪੋਸੀਬਲ ਹੈਗਾ, ਐਨਾਲਿਸਿਸ ਤਾਂ ਹੀ ਪੋਸੀਬਲ ਹੈ ਜੇ ਤੁਸੀਂ ਰਿਕਾਰਡਸ ਬਣਾਉਂਦੇ ਹੋ। ਸੋ ਇਹਦੇ ਲਈ ਤੁਹਾਨੂੰ ਇਸ ਜਿਹੜੀ ਫਾਰਮ ਰਿਕਾਰਡਸ ਆ ਇਹਨਾਂ ਨੂੰ ਤੁਸੀਂ ਫਾਰਮ ਅਕਾਊਂਟੈਂਸੀ ਵੀ ਕਹਿ ਸਕਦੇ ਆ, ਜਾਂ ਫਿਰ ਫਾਰਮ ਅਕਾਊਂਟੈਂਸੀ ਵੀ ਕਹਿ ਸਕਦੇ ਹਾਂ, ਫਾਰਮ ਬੁੱਕਕੀਪਿੰਗ ਵੀ ਕਹਿ ਸਕਦੇ ਹਾਂ, ਫਾਰਮ ਰਿਕਾਰਡਸ ਵੀ ਕਹਿ ਸਕਦੇ ਹਾਂ, ਅਤੇ ਅਕਾਊਂਟਸ ਵੀ ਕਹਿ ਸਕਦੇ ਹਾਂ। ਅਤੇ ਜਿਹੜਾ ਫਾਰਮ ਬਿਜ਼ਨਸ ਐਨਾਲਿਸਿਸ ਆ ਫਾਰਮ ਰਿਕਾਰਡਸ ਦੇ ਨਾਲ ਹੀ ਪੋਸੀਬਲ ਹੈਗਾ ਆ। ਔਰ ਜਿਹੜਾ ਫਾਰਮ ਦਾ ਜਿਹੜਾ ਮੇਨ ਆਬਜੈਕਟਿਵ ਆ ਉਹ ਪ੍ਰੋਫਿਟ ਜਿਹੜਾ ਅਚੀਵ ਕਰਨਾ, ਪ੍ਰੋਫਿਟ ਮੈਕਸੀਮਮ ਕਰਨਾ, ਕੋਸਟ ਨੂੰ ਘਟਾਉਣਾ ਹੈਗਾ। ਹੁਣ ਨੈਕਸਟ ਇਹ ਆ ਕਿ ਜੇ ਤੁਸੀਂ ਫਾਰਮ ਬਿਜ਼ਨਸ ਐਨਾਲਿਸਿਸ ਨੂੰ ਫਾਰਮ ਅਕਾਊਂਟੈਂਸੀ ਵੀ ਕਹਿ ਦਿੰਦੇ ਹੋ, ਅਸਲ 'ਚ ਫਾਰਮ ਅਕਾਊਂਟੈਂਸੀ ਹੈ ਕੀ ਆ ਫਿਰ। ਫਾਰਮ ਰਿਕਾਰਡਸ ਵੀ ਤੁਸੀਂ ਕਹਿ ਦਿੰਦੇ ਹੋ। ਤੁਹਾਨੂੰ 2 ਨੰਬਰ ਦੇ ਪੁਆਇੰਟ ਆਫ ਵਿਊ ਤੋਂ ਮੈਂ ਦੱਸਾਂ ਤਾਂ ਫਾਰਮ ਅਕਾਊਂਟੈਂਸੀ ਪੁੱਛੀ ਜਾ ਸਕਦੀ ਹੈ, ਫਾਰਮ ਬੁੱਕਕੀਪਿੰਗ ਪੁੱਛੀ ਜਾ ਸਕਦੀ ਹੈ, ਜਾਂ ਵਟ ਆਰ ਦੀ ਫਾਰਮ ਰਿਕਾਰਡਸ ਪੁੱਛਿਆ ਜਾ ਸਕਦਾ, ਜਾਂ ਫਾਰਮ ਅਕਾਊਂਟਸ ਪੁੱਛਿਆ ਜਾ ਸਕਦਾ। ਕੀ ਹੁੰਦੇ ਆ ਫਾਰਮ accountancy and bookkeeping is known as a system of records written to furnish a history of the business transactions with special reference to its financial side। ਮੀਨਸ ਜਦੋਂ ਤੁਸੀਂ ਆਪਣੇ ਸਾਰੇ ਰਿਕਾਰਡ ਨੂੰ ਸਾਰੀਆਂ ਜਿੰਨੇ ਵੀ ਖਰਚ ਤੁਹਾਡੇ ਆਉਂਦੇ ਆ, ਜਾਂ ਜਿੰਨੀਆਂ ਵੀ ਤੁਹਾਡੀਆਂ ਰਸੀਟਸ ਹੈਗੀਆਂ, ਜਿੰਨੀਆਂ ਵੀ ਤੁਹਾਡੀਆਂ ਪੇਮੈਂਟਸ ਹੈਗੀਆਂ, ਉਹਨਾਂ ਸਾਰੇ ਰਿਕਾਰਡਸ ਨੂੰ ਜਦੋਂ ਤੁਸੀਂ ਮੇਨਟੇਨ ਕਰਦੇ ਹੋ, ਉਸ ਨੂੰ ਤੁਸੀਂ ਫਾਰਮ ਅਕਾਊਂਟੈਂਸੀ ਜਾਂ ਫਾਰਮ ਬੁੱਕਕੀਪਿੰਗ ਕਹਿੰਦੇ ਹੋ। ਪਰ ਜਿਹੜਾ ਇਹ ਰਿਕਾਰਡ ਆ ਤੁਸੀਂ ਫਾਈਨੈਂਸ਼ੀਅਲ ਸਾਈਡ, ਉਹਦੀ ਫਾਈਨੈਂਸ਼ੀਅਲ ਸਾਈਡ ਦੇਖਦੇ ਹੋ, ਤੁਹਾਨੂੰ ਕਿੰਨੀ ਇਨਕਮ ਹੋਈ ਅਤੇ ਤੁਹਾਡੀ ਕਿੰਨੀ ਕੋਸਟ ਆਈ, ਕਿੰਨੀ ਪੇਮੈਂਟ ਤੁਸੀਂ ਕੀਤੀ। ਹੁਣ ਇਹਦੇ ਆਬਜੈਕਟਿਵਸ ਕੀ ਆ, ਵਟ ਆਰ ਦੀ ਆਬਜੈਕਟਿਵਸ ਆਫ ਫਾਰਮ ਅਕਾਊਂਟਸ। ਸਭ ਤੋਂ ਪਹਿਲਾਂ ਜਿਹੜੇ ਇਹਦੇ ਆਬਜੈਕਟਿਵਸ ਆ, ਇਹਦੇ ਵਿੱਚ ਬੈਲੈਂਸ ਸ਼ੀਟ ਆ। ਇਹ ਸਾਰੇ ਬਿਜ਼ਨਸ ਨੂੰ ਸ਼ੋਅ ਕਰਦੀ ਹੈ, ਸਾਰੇ ਫਾਰਮ ਨੂੰ ਸ਼ੋਅ ਕਰਦੀ ਹੈ। ਔਰ ਇਹਦੇ ਵਿੱਚ ਕਿੰਨੇ ਐਕਸਪੈਂਡੀਚਰਸ ਸਾਡੇ ਹੈਗੇ ਆ ਅਤੇ ਸਾਨੂੰ ਕਿੰਨੀ ਉਹਨਾਂ ਤੋਂ ਰਿਟਰਨ ਮਿਲੀ, ਵੀ ਕਿੰਨੀਆਂ ਰਸੀਟਸ ਆ ਅਤੇ ਕਿੰਨੀਆਂ ਸਾਡੀਆਂ ਪੇਮੈਂਟਸ ਆ। ਉਸ ਤੋਂ ਬਾਅਦ ਇੰਪਲੀਮੈਂਟੇਸ਼ਨ ਆਫ ਦੀ ਪਲਾਨ ਮੇਡ ਫॉर ਦੀ ਫਾਰਮ ਐਂਡ ਫॉर ਦੀ ਵੇਰੀਅਸ ਐਂਟਰਪ੍ਰਾਈਜ਼ਸ ਕੈਨ ਬੀ ਇੰਪਲੀਮੈਂਟਡ ਈਜ਼ੀਲੀ ਵਿਦ ਦੀ ਹੈਲਪ ਆਫ ਦੀਜ਼ ਫਾਰਮ ਰਿਕਾਰਡਸ। ਜੇ ਫਾਰਮ ਰਿਕਾਰਡਸ ਤੁਹਾਡੇ ਕੋਲ ਹੈਗੇ ਆ ਤਾਂ ਇਹਨਾਂ ਰਿਕਾਰਡਸ ਦੀ ਹੈਲਪ ਦੇ ਨਾਲ ਤੁਸੀਂ ਆਸਾਨੀ ਦੇ ਨਾਲ, ਬਹੁਤ ਆਸਾਨੀ ਦੇ ਨਾਲ ਤੁਸੀਂ ਜਿਹੜਾ ਰਿਕਾਰਡ ਜਿਹੜਾ ਇਸ ਰਿਕਾਰਡ ਦੇ ਨਾਲ ਫਾਰਮ ਦੇ ਵਿੱਚ ਆਪਣੇ ਪਲਾਨ ਨੂੰ ਇੰਪਲੀਮੈਂਟ ਕਰ ਸਕਦੇ ਹੋ। ਜੇ ਤੁਹਾਡੇ ਕੋਲ ਇਹ ਰਿਕਾਰਡ ਆ ਅਤੇ ਤੁਹਾਨੂੰ ਪਤਾ ਹੋਏਗਾ ਐਤਕੀ ਦਾ ਰਿਕਾਰਡ, ਲਾਸਟ ਈਅਰ ਦਾ ਵੀ ਰਿਕਾਰਡ ਹੋਏਗਾ। ਜੇ ਲਾਸਟ ਈਅਰ ਦਾ ਰਿਕਾਰਡ ਹੈਗਾ ਤਾਂ ਉਹਦੇ ਅਕੋਰਡਿੰਗ, ਉਹਦੇ ਬੇਸ ਦੇ ਉੱਤੇ ਤੁਸੀਂ ਨੈਕਸਟ ਜਿਹੜਾ ਕਰੰਟ ਪੀਰੀਅਡ ਆ ਉਹਦੇ ਅਕੋਰਡਿੰਗ ਜਿਹੜਾ ਪਲਾਨ ਆ ਉਹ ਬਣਾ ਸਕਦੇ ਹੋ, ਉਹਦੇ ਅਕੋਰਡਿੰਗ ਕੰਮ ਕਰ ਸਕਦੇ ਹੋ। ਤੋ ਸਟੱਡੀ ਦੀ ਵੀਕਨੈਸਿਸ ਫਿਰ ਇਹ ਵੀ ਹੈ ਕਿ ਆਪਾਂ ਜੇ
ਜਦੋਂ ਵੀ ਆਪਾਂ ਕੋਈ ਪਲਾਨ ਬਣਾਉਂਦੇ ਹਾਂ ਤਾਂ ਆਪਾਂ ਉਹਦਾ ਐਕਸਪੈਕਟਡ ਪ੍ਰੋਫਿਟ ਸਾਡਾ ਇੱਕ ਹੁੰਦਾ ਜੀ, ਉਹਨਾਂ ਆਪਾਂ ਅਚੀਵ ਨਹੀਂ ਕਰ ਪਾਉਂਦੇ, ਐਕਸਪੈਕਟਡ ਇਨਕਮ ਸਾਡੀ ਨਹੀਂ ਹੁੰਦੀ ਪਈ, ਕਿਉਂ ਨਹੀਂ ਹੁੰਦੀ ਪਈ, ਉਹ ਉਦੋਂ ਚੈੱਕ ਕਰਾਂਗੇ ਜਦੋਂ ਸਾਡੇ ਕੋਲ ਪ੍ਰੋਪਰ ਰਿਕਾਰਡ ਹੋਏਗਾ। ਉਸ ਤੋਂ ਬਾਅਦ ਟੂ ਅਵੇਲ ਦੀ ਗਵਰਨਮੈਂਟ ਅਸਿਸਟੈਂਸ, ਗਵਰਨਮੈਂਟ ਦੀਆਂ ਬਹੁਤ ਸਾਰੀਆਂ ਪਾਲਿਸੀਜ਼ ਹੁੰਦੀਆਂ, ਬਹੁਤ ਸਾਰੇ ਜਿਹੜੀਆਂ ਉਹਦੀਆਂ ਸਬਸਿਡੀਜ਼ ਹੁੰਦੀਆਂ, ਬਹੁਤ ਸਾਰੀਆਂ ਫੈਸਿਲਿਟੀਜ਼ ਗਵਰਨਮੈਂਟ ਦਿੰਦੀ ਆ, ਪਰ ਉਹਦੇ ਲਈ ਤੁਹਾਨੂੰ ਸਾਰਾ ਫਾਰਮ ਰਿਕਾਰਡ ਰੱਖਣਾ ਪਏਗਾ, ਸ਼ੋਅ ਕਰਨਾ ਪਏਗਾ। ਟੂ ਅਵੇਲ ਕ੍ਰੈਡਿਟ ਫੈਸਿਲਿਟੀਜ਼, ਜਿਸ ਤਰ੍ਹਾਂ ਐਗਰੀਕਲਚਰ ਨੂੰ ਵੀ ਇੰਡਸਟਰੀ ਦੀ ਤਰ੍ਹਾਂ ਹੀ ਜਿਹੜੀ ਫਾਈਨੈਂਸ਼ੀਅਲ ਅਸਿਸਟੈਂਸ ਚਾਹੀਦੀ ਹੁੰਦੀ ਹੈ, ਔਰ ਫਾਈਨੈਂਸ਼ੀਅਲ ਅਸਿਸਟੈਂਸ ਆ ਜਿਹੜੀ ਉਹ ਜਿਹੜੀ ਕ੍ਰੈਡਿਟ ਫੈਸਿਲਿਟੀਜ਼ ਆ ਉਹ ਜੇ ਆਪਾਂ ਲੈਣੀਆਂ ਹੋਣ ਤਾਂ ਉਹਦੇ ਲਈ ਵੀ ਸਾਨੂੰ ਰਿਕਾਰਡਸ ਜਿਹੜੇ ਦੇਣੇ ਪੈਣਗੇ। ਟੂ ਮੇਕ ਇੰਪਰੂਵਮੈਂਟਸ, ਫਿਰ ਜੇ ਅਸੀਂ ਆਪਣੇ ਫਾਰਮ ਦੇ ਵਿੱਚ ਇੰਪਰੂਵਮੈਂਟਸ ਕਰਨੀਆਂ ਚਾਹੁੰਦੇ ਹਾਂ ਤਾਂ ਉਹ ਇੰਪਰੂਵਮੈਂਟਸ ਕਰਨ ਦੇ ਲਈ ਵੀ ਸਾਨੂੰ ਫਾਰਮ ਅਕਾਊਂਟਸ ਜਿਹੜੇ ਆ ਉਹ ਬਣਾਉਣੇ ਪੈਣਗੇ, ਉਹ ਦੇਣੇ ਪੈਣਗੇ। ਐਡਵਾਂਟੇਜਸ ਆਫ ਫਾਰਮ ਅਕਾਊਂਟਸ, ਕੀ ਐਡਵਾਂਟੇਜ ਆ ਜੇ ਅਸੀਂ ਫਾਰਮ ਰਿਕਾਰਡ ਬਣਾ ਲਿਆ ਨੇ, ਮਤਲਬ ਇਨਪੁੱਟ ਅਤੇ ਆਊਟਪੁੱਟ ਦਾ ਰਿਕਾਰਡ, ਅਤੇ ਅਸੀਂ ਆਪਣੀ ਪੇਮੈਂਟਸ ਦੇ ਰਸੀਟਸ ਦਾ ਰਿਕਾਰਡ ਬਣਾ ਲਿਆ, ਉਹਦੇ ਐਡਵਾਂਟੇਜਸ ਕੀ ਆ? ਸਭ ਤੋਂ ਪਹਿਲਾਂ ਤਾਂ ਵੇਸ ਫਾਰ ਪਲੈਨਿੰਗ, ਕਿ ਜਦੋਂ ਤੁਸੀਂ ਪਲੈਨਿੰਗ ਕਰੋਗੇ ਨਾ ਤਾਂ ਤੁਹਾਡੇ ਲਈ ਪਲੈਨਿੰਗ ਕਰਨ ਲਈ ਜ਼ਰੂਰੀ ਆ, ਇਹ ਰਿਕੁਆਇਰਡ ਆ, ਬਹੁਤ ਰਿਕੁਆਇਰਡ ਆ ਕਿ ਤੁਹਾਡੇ ਕੋਲ ਜਿਹੜਾ ਪ੍ਰੋਪਰ ਰਿਕਾਰਡ ਹੋਵੇ, ਫਿਰ ਹੀ ਤੁਹਾਡੀ ਜਿਹੜੀ ਪਲੈਨਿੰਗ ਆ ਪੋਸੀਬਲ ਆ। ਉਸ ਤੋਂ ਬਾਅਦ ਇੰਪਰੂਵਮੈਂਟ ਇਨ ਮੈਨੇਜੀਰੀਅਲ ਸਕਿੱਲਸ, ਅਤੇ ਮੈਨੇਜੀਰੀਅਲ ਸਕਿੱਲਸ ਨੂੰ ਤੁਸੀਂ ਤਾਂ ਹੀ ਇੰਪਰੂਵ ਕਰ ਸਕਦੇ ਹੋ ਜੇ ਪ੍ਰੋਪਰ ਰਿਕਾਰਡਸ ਤੁਸੀਂ ਮੇਨਟੇਨ ਕੀਤੇ ਹੋਏ ਆ, ਕਿਉਂਕਿ ਜੇ ਰਿਕਾਰਡਸ ਨਹੀਂ ਹੋਣਗੇ ਤਾਂ ਫਿਰ ਸਕਿੱਲਸ ਜਿਹੜੀਆਂ ਉਹ ਇੰਪਰੂਵ ਕਰਨਾ ਔਖਾ ਹੋ ਜਾਏਗਾ। ਇੰਪਰੂਵਮੈਂਟ ਇਨ ਹੋਮ ਮੈਨੇਜਮੈਂਟ, ਅਤੇ ਉਸ ਤੋਂ ਬਹੁਤ ਸਾਰੇ ਕੇਸਿਸ ਇਸ ਤਰ੍ਹਾਂ ਦੇ ਹੁੰਦੇ ਆ ਕਿ ਉੱਥੇ ਫੈਮਿਲੀ ਪਲੈਨਿੰਗ ਆ ਜਿਹੜੀ ਉਹ ਹੁੰਦੀ ਆ, ਔਰ ਫੈਮਿਲੀ ਪਲੈਨਿੰਗ ਦੇ ਵਿੱਚ ਅਸੀਂ ਆਪਣੇ ਫੈਮਿਲੀ ਫਾਰਮਿੰਗ ਹੁੰਦੀ ਆ, ਔਰ ਫੈਮਿਲੀ ਫਾਰਮਿੰਗ ਦੇ ਵਿੱਚ ਅਸੀਂ ਆਪਣੇ ਲਈ ਡੋਮੈਸਟਿਕ ਪਰਪਸ ਲਈ ਵੀ ਪ੍ਰੋਡਿਊਸ ਕਰਦੇ ਹਾਂ, ਅਤੇ ਜੇ ਕੋਈ ਐਕਸੈਸ ਜਿਹੜੀ ਸਰਪਲਸ ਪ੍ਰੋਡਿਊਸ ਹੋ ਜਾਂਦਾ ਤਾਂ ਦੈਨ ਉਹਦੀ ਜਿਹੜੀ ਅਸੀਂ ਸੇਲ ਜਿਹੜੀ ਮਾਰਕੀਟ ਦੇ ਵਿੱਚ ਉਹਨੂੰ ਵੇਚਣ, ਪ੍ਰੋਡਕਟ ਨੂੰ ਜਾਂਦੇ ਆ, ਉਹਦੀ ਸੇਲ ਕਰਦੇ ਹਾਂ। ਅਤੇ ਉਹ ਜਿਹੜੀ ਫੈਮਿਲੀ ਤੁਹਾਡੀ ਫਾਰਮਿੰਗ ਹੈਗੀ ਆ ਉਹਨੂੰ ਮੈਨੇਜ ਕਰਨ ਦੇ ਲਈ, ਮਤਲਬ ਉਹਦੇ ਵਿੱਚ ਤਾਂ ਅਸੀਂ ਪਹਿਲਾਂ ਆਪਣੀ ਹੋਮ ਮੈਨੇਜਮੈਂਟ ਦੇਖਾਂਗੇ, ਔਰ ਉਹ ਕਰਨ ਦੇ ਵਿੱਚ ਵੀ ਇਹ ਜਿਹੜੇ ਫਾਰਮ ਰਿਕਾਰਡਸ ਆ ਸਾਡੀ ਹੈਲਪ ਕਰਦੇ ਆ। ਟੂ ਚੈੱਕ ਔਨ ਅਨਪ੍ਰੋਡਕਟਿਵ ਐਕਸਪੈਂਡੀਚਰ, ਜਦੋਂ ਤੁਸੀਂ ਪ੍ਰੋਪਰ ਰਿਕਾਰਡਸ ਮੇਨਟੇਨ ਕਰਦੇ ਪਏ ਹੋ ਤਾਂ ਫਿਰ ਜਿਹੜੇ ਤੁਹਾਡੇ ਅਨਪ੍ਰੋਡਕਟਿਵ ਐਕਸਪੈਂਡੀਚਰ ਉਹ ਨਹੀਂ ਹੋਣਗੇ, ਜੇ ਹੋਣਗੇ ਵੀ ਤਾਂ ਚੈੱਕ ਹੋ ਜਾਏਗਾ ਕਿ ਕਿੱਥੇ ਸਾਡਾ ਜਿਹੜਾ ਅਨਪ੍ਰੋਡਕਟਿਵ ਐਕਸਪੈਂਡੀਚਰ ਹੋਇਆ। ਈਜ਼ੀ ਟੂ ਅਵੇਲ ਕ੍ਰੈਡਿਟ, ਫਿਰ ਉਹੀ ਕਿ ਜੇ ਤੁਸੀਂ ਕ੍ਰੈਡਿਟ ਫੈਸਿਲਿਟੀਜ਼ ਲੈਣਾ ਚਾਹੁੰਦੇ ਹੋ ਗਵਰਨਮੈਂਟ ਤੋਂ ਜਾਂ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੋਂ, ਅਤੇ ਉਹ ਤਾਂਹੀਓ ਹੋਣਗੀਆਂ ਜੇ ਤੁਹਾਡੇ ਕੋਲ ਪ੍ਰੋਪਰ ਰਿਕਾਰਡਸ ਹੋਣਗੇ, ਜੇ ਨਹੀਂ ਹੋਣਗੇ ਰਿਕਾਰਡਸ ਤਾਂ ਦੈਨ ਉਹ ਪੋਸੀਬਲ ਨਹੀਂ ਹੈ। ਕੰਪੈਰੀਜ਼ਨ ਆਫ ਡਿਫਰੈਂਟ ਐਂਟਰਪ੍ਰਾਈਜ਼ਸ, ਫਿਰ ਬਹੁਤ ਸਾਰੇ, ਕਿਉਂਕਿ ਤੁਸੀਂ ਇੱਕ ਫਾਰਮ ਦੇ ਅੰਡਰ ਬਹੁਤ ਸਾਰੇ ਐਂਟਰਪ੍ਰਾਈਜ਼ਸ ਜਿਹੜੇ ਤੁਹਾਡੇ ਚੱਲਦੇ ਹੁੰਦੇ ਆ, ਤੁਹਾਡੇ ਮਸ਼ਰੂਮ ਫਾਰਮਿੰਗ, ਬੀ ਕੀਪਿੰਗ, ਹਾਰਟੀਕਲਚਰ, ਫਲੋਰੀਕਲਚਰ, ਤੁਹਾਡੀ ਡੇਅਰੀ ਫਾਰਮਿੰਗ ਹੈ ਨਾ, ਔਰ ਇਹ ਤੁਹਾਡੀਆਂ ਐਗਰੀਕਲਚਰਲ ਐਕਟੀਵਿਟੀਜ਼, ਫਿਰ ਕਿਹੜੇ ਐਂਟਰਪ੍ਰਾਈਜ਼ ਦੇ ਵਿੱਚ ਤੁਹਾਨੂੰ ਮੈਕਸੀਮਮ ਪ੍ਰੋਫਿਟ ਹੁੰਦਾ ਪਿਆ, ਕਦੋਂ ਪਤਾ ਲੱਗੇਗਾ? ਜਦੋਂ ਤੁਸੀਂ ਕੰਪੇਅਰ ਕਦੋਂ ਕਰੋਗੇ? ਜਦੋਂ ਰਿਕਾਰਡਸ ਹੋਣਗੇ। ਉਸ ਤੋਂ ਬਾਅਦ ਕੰਪੈਰੀਜ਼ਨ ਇਨ ਡਿਫਰੈਂਟ ਫਾਰਮਸ, ਫਿਰ ਤੁਸੀਂ ਅਲੱਗ-ਅਲੱਗ ਫਾਰਮਸ ਦਾ ਵੀ ਦੇਖਣਾ ਹੋਵੇ ਕਿ ਮੰਨ ਲਓ 2-3 ਫਾਰਮ ਹੈਗੇ ਆ, ਸੇਮ ਸਾਈਜ਼ ਆ, ਸੇਮ ਫੈਸਿਲਿਟੀਜ਼ ਅਵੇਲੇਬਲ ਆ, ਪਰ ਇੱਕ ਫਾਰਮ ਦੇ ਵਿੱਚ ਜਿਹੜੀ ਇਨਕਮ ਆ ਉਹ ਜ਼ਿਆਦਾ ਆਉਂਦੀ ਪਈ ਆ, ਦੂਸਰੇ 'ਚ ਘੱਟ ਆਉਂਦੀ ਪਈ ਆ, ਉਹਦੇ ਵਿੱਚ ਵੀ ਤੁਸੀਂ ਰਿਕਾਰਡਸ ਹੋਣਗੇ ਤਾਂ ਉਹਨਾਂ ਨੂੰ ਕੰਪੇਅਰ ਕਰ ਪਾਓਗੇ। ਟੂ ਅਚੀਵ ਦੀ ਗੋਲ ਆਫ ਹਾਇਰ ਇਨਕਮ ਹਰ ਕੋਈ ਚਾਹੁੰਦਾ ਹੈ। ਹਾਇਰ ਇਨਕਮ ਕਦੋਂ ਹੋਏਗੀ? ਜਦੋਂ ਤੁਹਾਡੇ ਜਿਹੜੇ ਜਦੋਂ ਤੁਹਾਡੀ ਕੋਸਟ ਘੱਟ ਹੋਏਗੀ ਅਤੇ ਤੁਹਾਨੂੰ ਜਿਹੜੀ ਇਨਕਮ ਉਹ ਜ਼ਿਆਦਾ ਹੋਏਗੀ, ਜਦੋਂ ਤੁਹਾਡੀ ਆਊਟਪੁੱਟ ਜ਼ਿਆਦਾ ਆਏਗੀ, ਅਤੇ ਉਹਦੇ ਲਈ ਜ਼ਰੂਰੀ ਹੈ ਤੁਹਾਡੀ ਐਫੀਸ਼ੀਐਂਸੀ ਵਧੇ। ਐਫੀਸ਼ੀਐਂਸੀ ਵਧਾਉਣ ਲਈ ਜ਼ਰੂਰੀ ਹੈ ਪਹਿਲਾਂ ਰਿਕਾਰਡਸ ਮੇਨਟੇਨ ਕਰੋ, ਫਿਰ ਕੰਪੇਅਰ ਕਰੋ। ਉਸ ਤੋਂ ਬਾਅਦ ਜੇ ਤੁਸੀਂ ਰਿਸਰਚ ਦੇ ਵਿੱਚ ਵੀ ਜਾਂਦੇ ਹੋ, ਬੇਸ ਜਿਹੜਾ ਰਿਸਰਚ ਦਾ ਉਹ ਰਿਕਾਰਡਸ ਹੀ ਆ, ਰਿਕਾਰਡ ਦੇ ਬੇਸ 'ਤੇ ਹੋਏਗਾ। ਗਵਰਨਮੈਂਟ ਪਾਲਿਸੀਜ਼ ਵੀ ਜੇ ਤੁਸੀਂ ਚਾਹੁੰਦੇ ਹੋ ਕਿ ਫਾਰਮਿੰਗ ਕਮਿਊਨਿਟੀ ਲਈ ਵਧੀਆ ਆਉਣ, ਅਤੇ ਉਹਦੇ ਲਈ ਵੀ ਰਿਕਾਰਡ ਕੀਪਿੰਗ ਆ ਜਿਹੜੀ ਬਹੁਤ ਜ਼ਰੂਰੀ ਆ। ਨੈਕਸਟ ਹੈਗਾ ਸਟੈਪਸ ਫਾਰ ਫਾਰਮ ਬਿਜ਼ਨਸ ਐਨਾਲਿਸਿਸ, ਫਾਰਮ ਦਾ ਜਿਹੜਾ ਬਿਜ਼ਨਸ ਆ ਉਹਨੂੰ ਐਨਾਲਾਈਜ਼ ਕਰਨ ਲਈ ਕਿਹੜੇ ਸਟੈਪਸ ਆ। ਰਿਕਾਰਡਿੰਗ ਆਫ ਫਾਰਮ ਅਕਾਊਂਟਸ, ਸਭ ਤੋਂ ਪਹਿਲਾਂ ਤਾਂ ਕਿ ਫਾਰਮ ਦੇ ਅਕਾਊਂਟਸ ਜਿਹੜੇ ਬਣਾਏ ਜਾਣ, ਪ੍ਰੋਪਰ ਇੱਕ ਰਿਕਾਰਡ ਰੱਖਿਆ ਜਾਵੇ, ਪ੍ਰੋਪਰ ਇੱਕ ਸਾਈਡ 'ਤੇ ਤੁਹਾਡੀਆਂ ਰਿਸੀਟਸ ਹੋਣ, ਇੱਕ ਸਾਈਡ 'ਤੇ ਤੁਹਾਡੀਆਂ ਪੇਮੈਂਟਸ ਹੋਣ, ਤੁਸੀਂ ਕਿੰਨੀ ਇਨਕਮ ਤੁਹਾਡੀ ਹੋਈ, ਕਿੰਨੀ ਤੁਸੀਂ ਪੇਮੈਂਟ ਕੀਤੀ, ਤੁਹਾਡੀਆਂ ਇਨਪੁੱਟਸ ਦਾ ਕੀ ਰੇਟ ਸੀ, ਤੁਹਾਡੀਆਂ ਆਊਟਪੁੱਟਸ ਦਾ ਰੇਟ ਕੀ ਸੀ, ਤੁਹਾਨੂੰ ਲੇਬਰ ਕਿਸ ਰੇਟ 'ਤੇ ਮਿਲਿਆ, ਦੈਨ ਤੁਹਾਡੀ ਜਿਹੜੀ ਪ੍ਰੋਡਕਸ਼ਨ ਹੋਈ ਉਹ ਕਿਸ ਰੇਟ ਦੇ ਉੱਤੇ ਵਿਕਦੀ ਪਈ ਆ, ਐਗਰੀਕਲਚਰਲ ਇਕਵਿਪਮੈਂਟਸ, ਪੈਸਟੀਸਾਈਡ, ਜਾਂ ਤੁਹਾਡੇ ਸੀਡ ਦਾ ਪ੍ਰਾਈਸ ਕੀ ਆ, ਜਾਂ ਤੁਹਾਡੇ ਜਿਹੜਾ ਮਨਿਊਰਸ ਆ ਉਹਨਾਂ ਦਾ ਪ੍ਰਾਈਸ ਕੀ ਹੈਗਾ ਆ, ਜਾਂ ਫਰਟੀਲਾਈਜ਼ਰ ਦਾ ਰੇਟ ਕੀ ਹੈਗਾ, ਉਹ ਸਾਰਾ ਰਿਕਾਰਡ ਆ ਜਿਹੜਾ ਉਹ ਮੇਨਟੇਨ ਕੀਤਾ ਜਾਵੇ। ਉਸ ਤੋਂ ਬਾਅਦ ਐਨਾਲਿਸਿਸ ਐਂਡ ਇੰਟਰਪ੍ਰੀਟੇਸ਼ਨ ਆਫ ਰਿਜ਼ਲਟਸ, ਫਿਰ ਐਂਡ ਦੇ ਵਿੱਚ ਦੇਖਿਆ ਜਾਵੇ ਕਿ ਆਪਣੀ ਇਨਪੁੱਟ ਅਤੇ ਆਊਟਪੁੱਟ ਆ ਜਿਹੜੀ ਕਿੰਨੀ % ਆਪਾਂ ਇਨਪੁੱਟ ਮੰਨ ਲਓ ਇਸ ਵਾਰ ਇਨਕਰੀਜ਼ ਕੀਤੀ, ਅਤੇ ਉਹਦੇ ਨਾਲ ਸਾਡੀ ਆਊਟਪੁੱਟ ਦੇ ਵਿੱਚ ਕਿੰਨੇ % ਇਨਕਰੀਜ਼ ਹੋਈ।
ਤੇ ਉਹ ਸਾਰੀ ਪ੍ਰੋਪਰ ਇੰਟਰਪ੍ਰੀਟੇਸ਼ਨ ਰਿਜ਼ਲਟਸ ਦੀ ਕੀਤੀ ਜਾਵੇ, ਇਹ ਸਟੈਪ ਆ। ਨੈਕਸਟ ਹੈਗਾ ਪ੍ਰੈਜੈਂਟੇਸ਼ਨ ਆਫ ਦੀ ਰਿਜ਼ਲਟਸ, ਤੇ ਲਾਸਟ ਦੇ ਵਿੱਚ ਫਿਰ ਪ੍ਰੈਜੈਂਟੇਸ਼ਨ ਹੁੰਦੀ ਆ, ਕੰਪੈਰੀਜ਼ਨ ਕੀਤਾ ਜਾਏਗਾ ਉਸ ਰਿਜ਼ਲਟਸ ਨੂੰ। ਜਦੋਂ ਪ੍ਰੈਜ਼ੈਂਟ ਕੀਤਾ ਜਾਏਗਾ, ਪ੍ਰੈਜੈਂਟੇਸ਼ਨ ਹੋਏਗੀ, ਕੰਪੈਰੀਜ਼ਨ ਕੀਤਾ ਜਾਏਗਾ ਡਿਫਰੈਂਟ ਐਂਟਰਪ੍ਰਾਈਜ਼ਸ ਦਾ, ਔਰ ਫਿਰ ਜਿਹੜੇ ਸਕਸੈਸ ਐਂਡ ਫੇਲੀਅਰਸ ਹੈਗੇ ਆ, ਜੇ ਸਾਡੇ ਪੋਜ਼ੀਟਿਵ ਰਿਹਾ ਤਾਂ ਕਿੱਦਾਂ ਰਿਹਾ, ਜੇ ਨੈਗੇਟਿਵ ਰਿਹਾ ਤਾਂ ਕਿੱਦਾਂ ਰਿਹਾ, ਉਹ ਸਾਰੀ ਜਿਹੜੀ ਡਿਸਕਸ਼ਨ ਕੀਤੀ ਜਾਏਗੀ। ਪਰ ਹੁਣ ਕੁਐਸਚਨ ਇਹ ਹੈ ਕਿ ਵਾਈ ਦੀ ਫਾਰਮਰਸ ਡਜ਼ ਨਾਟ ਮੇਨਟੇਨ ਔਰ ਦੀ ਰਿਕਾਰਡ, ਔਰ ਵਟ ਆਰ ਦ ਪ੍ਰੋਬਲਮਸ ਟੂ ਮੇਨਟੇਨ ਫਾਰਮ ਰਿਕਾਰਡਸ ਜਾਂ ਫਾਰਮ ਅਕਾਊਂਟਸ। ਕੀ ਪ੍ਰੋਬਲਮਸ ਆਉਂਦੀਆਂ ਕਿ ਇੱਕ ਫਾਰਮਰ ਆ ਜਿਹੜਾ ਰਿਕਾਰਡ ਨਹੀਂ ਮੇਨਟੇਨ ਕਰਦਾ। ਇੰਟੈਗ੍ਰੇਸ਼ਨ ਆਫ ਦੀ ਫਾਰਮ ਐਂਡ ਬਿਜ਼ਨਸ ਅਕਾਊਂਟਸ। ਸਭ ਤੋਂ ਪਹਿਲਾਂ ਤਾਂ ਜੇ ਅਸੀਂ ਫੈਮਿਲੀ ਫਾਰਮਿੰਗ ਕਰਦੇ ਹਾਂ ਤਾਂ ਇੱਕ ਸਾਡਾ ਫਾਰਮ ਦਾ ਰਿਕਾਰਡ ਹੋਏਗਾ, ਇੱਕ ਸਾਡਾ ਫੈਮਿਲੀ ਦਾ ਰਿਕਾਰਡ ਹੋਏਗਾ, ਉਹਨਾਂ ਦੇ ਵਿੱਚ ਇੰਟੈਗਰੇਸ਼ਨ। ਹੁਣ ਤੁਸੀਂ ਉਹਨੂੰ ਇੱਕ ਥਾਂ ਤੋਂ ਸ਼ੋਅ ਕਰ ਨਹੀਂ ਸਕਦੇ ਫਾਰਮ ਦਾ ਅਕਾਊਂਟ ਅਤੇ ਜਿਹੜਾ ਤੁਹਾਡਾ ਫੈਮਿਲੀ ਅਕਾਊਂਟ ਆ। ਫਿਰ ਚੱਕਰ ਹੁਣ ਇਹ ਹੈ ਕਿ ਜੇ ਤੁਸੀਂ ਫੈਮਿਲੀ ਫਾਰਮਿੰਗ ਕਰਦੇ ਪਏ ਹੋ, ਫਿਰ ਇਹਨਾਂ ਦੋਨਾਂ ਨੂੰ ਤੁਸੀਂ ਕਿਸ ਤਰ੍ਹਾਂ ਸੈਪਰੇਟ ਕਰੋਗੇ। ਪਹਿਲੀ ਪ੍ਰੋਬਲਮ ਇਹ ਆਉਂਦੀ ਹੈ। ਦੂਸਰੀ ਇਲਿਟਰੇਸੀ, ਜੇ ਤੁਸੀਂ ਰਿਕਾਰਡ ਮੇਨਟੇਨ ਕਰਨਾ ਤਾਂ ਤੁਹਾਡਾ ਫਾਰਮਰ ਐਜੂਕੇਟਡ ਹੋਣਾ ਚਾਹੀਦਾ, ਪਰ ਸਾਡੇ ਸਾਰੇ ਫਾਰਮਰ 'ਚ ਐਜੂਕੇਟਡ ਨਹੀਂ ਹੁੰਦੇ। ਲੈਕ ਆਫ ਨੌਲੇਜ ਆਫ ਅਕਾਊਂਟੈਂਸੀ ਦੀ ਨੌਲੇਜ ਨਹੀਂ ਸਭ ਨੂੰ ਹੁੰਦੀ। ਇਸ ਸਾਈਡ 'ਤੇ ਰਿਸੀਟਸ, ਇੱਕ ਸਾਈਡ 'ਤੇ ਪੇਮੈਂਟਸ ਹੋਣਗੀਆਂ, ਇੱਕ ਸਾਈਡ 'ਤੇ ਰਿਸੀਟਸ, ਇੱਕ ਸਾਈਡਸ 'ਤੇ ਪੇਮੈਂਟਸ ਹੋਣਗੀਆਂ, ਅਤੇ ਇੱਕ ਸਾਈਡ 'ਤੇ ਰਿਸੀਟਸ, ਇੱਕ ਸਾਈਡ 'ਤੇ ਪੇਮੈਂਟਸ ਹੋਣਗੀਆਂ। ਪਰ ਉਹਦੇ ਲਈ ਵੀ ਤੁਹਾਨੂੰ ਪ੍ਰੋਪਰ ਨੌਲੇਜ ਹੋਣੀ ਚਾਹੀਦੀ ਹੈ, ਪ੍ਰੋਪਰ। ਨੈਕਸਟ ਹੈਗਾ ਇਰੈਗੂਲਰ ਔਰ ਫਿਊ ਟ੍ਰਾਂਜੈਕਸ਼ਨਸ। ਫਿਰ ਕਈ ਵਾਰ ਇਹ ਵੀ ਹੁੰਦੀ ਆ ਕਿ ਸਾਡੀ ਜਿਹੜੀ ਕਈ ਵਾਰ ਇਨਕਮ ਹੁੰਦੀ ਫਾਰਮਰ ਦੀ ਜਿਹੜੀ ਇਨਕਮ ਹੈਗੀ ਆ, ਉਹਦੀ ਜਿਹੜੀ ਲੌਂਗ ਇੰਟਰਵਲਸ ਹੁੰਦੀਆਂ ਉਹਦੇ ਵਿੱਚ ਕਈ ਵਾਰ ਸਾਨੂੰ ਕੋਈ ਬਾਅਦ ਵਿੱਚ ਪੇ ਕਰਦਾ ਆ। ਸਾਡੀ ਜਿਹੜੀ ਪੇਮੈਂਟਸ ਆ ਉਹ ਰੈਗੂਲਰ ਨਹੀਂ ਹੁੰਦੀਆਂ, ਡੇਲੀ ਨਹੀਂ ਹੁੰਦੀਆਂ, ਇਸ ਕਰਕੇ ਵੀ ਪ੍ਰੋਬਲਮ ਆਉਂਦੀ ਆ। ਸਮੋਲ ਸਕੇਲ ਆਫ ਬਿਜ਼ਨਸ। ਕਈ ਵਾਰ ਸਾਡਾ ਜਿਹੜਾ ਬਿਜ਼ਨਸ ਆ ਸਮੋਲ ਸਕੇਲ 'ਤੇ ਹੁੰਦਾ ਹੈ, ਅਤੇ ਜਦੋਂ ਸਮੋਲ ਸਕੇਲ ਬਿਜ਼ਨਸ ਅਸੀਂ ਕਰਦੇ ਹਾਂ ਉਹਦੇ ਵਿੱਚ ਵੀ ਫਾਰਮਰ ਨੂੰ ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ। ਉਹਦੇ ਵਿੱਚ ਉਹ ਅਲੱਗ ਬੁੱਕ ਕੀਪਿੰਗ ਲਈ ਜਾਂ ਅਕਾਊਂਟ ਕੀਪਿੰਗ ਲਈ ਤਾਂ ਜਿਹੜਾ ਕਿਸੇ ਨੂੰ ਇੰਪਲਾਈ ਨਹੀਂ ਕਰੇਗਾ ਨਾ, ਉਹ ਵੀ ਪ੍ਰੋਬਲਮ ਆਏਗੀ। ਫਾਰਮਿੰਗ ਆਫ ਵੇ ਆਫ ਲਾਈਫ। ਫਾਰਮਿੰਗ ਇਜ਼ ਨਾਟ ਟੇਕਨ ਐਜ਼ ਅ ਬਿਜ਼ਨਸ, ਇਟਸ ਅ ਵੇ ਆਫ ਲਾਈਫ। ਬਹੁਤੀ ਜਗ੍ਹਾ ਇਹਨੂੰ ਬਿਜ਼ਨਸ ਨਹੀਂ ਸਮਝਿਆ ਜਾਂਦਾ, ਇਸੇ ਕਰਕੇ ਵੀ ਇਹਦੇ ਰਿਕਾਰਡਸ ਮੇਨਟੇਨ ਕਰਨ ਦੇ ਵਿੱਚ ਪ੍ਰੋਬਲਮ ਆਉਂਦੀ ਹੈ। ਫਾਰਮਿੰਗ ਇਜ਼ ਅ ਹਾਰਡ ਲੇਬਰ। ਬਹੁਤ ਫਿਜ਼ੀਕਲ ਲੇਬਰ ਇਹਦੇ ਵਿੱਚ ਲੱਗਦੀ ਆ, ਔਰ ਮੈਂਟਲ ਲੇਬਰ ਵੀ ਲੱਗਦੀ ਆ, ਅਤੇ ਫਾਰਮਰ ਸਾਰਾ ਦਿਨ ਕੰਮ ਕਰਦਾ, ਥਰੂ ਆਊਟ ਦਾ ਡੇ, ਥਰੂ ਆਊਟ ਦਾ ਈਅਰ ਕੰਮ ਕਰਦਾ, ਅਤੇ ਉਹਦੇ ਲਈ ਕਈ ਵਾਰ ਜਿਹੜੇ ਅਕਾਊਂਟ ਮੇਨਟੇਨ ਕਰਨਾ ਫਿਜ਼ੀਬਲ ਨਹੀਂ ਹੁੰਦਾ। ਦੈਨ ਨੋਨ ਅਵੇਲੇਬਿਲਿਟੀ ਆਫ ਫਾਰਮ ਅਕਾਊਂਟ ਬੁੱਕਸ। ਜਿਸ ਤਰ੍ਹਾਂ ਇੰਡਸਟਰੀ ਦੇ ਵਿੱਚ ਤਾਂ ਅਕਾਊਂਟ ਬੁੱਕਸ ਆਸਾਨੀ ਦੇ ਨਾਲ ਅਵੇਲੇਬਲ ਹੁੰਦੀਆਂ, ਪਰ ਅਸਲ ਦੇ ਵਿੱਚ ਕਈ ਵਾਰ ਫਾਰਮ ਅਕਾਊਂਟ ਬੁੱਕਸ ਸਾਨੂੰ ਨਹੀਂ ਅਵੇਲੇਬਲ ਹੁੰਦੀਆਂ। ਫੀਅਰ ਆਫ ਟੈਕਸੇਸ਼ਨ। ਫਿਰ ਫਾਰਮਰ ਨੂੰ ਇਹ ਵੀ ਡਰ ਹੋਏਗਾ ਕਿ ਜੇ ਪ੍ਰੋਪਰ ਰਿਕਾਰਡਸ ਉਹ ਤਿਆਰ ਕਰ ਲਏਗਾ ਦੈਨ ਉਹਨੂੰ ਟੈਕਸ ਪੇ ਕਰਨਾ ਪੈ ਸਕਦਾ। ਲੈਕ ਆਫ ਐਕਸਟੈਂਸ਼ਨ ਸਰਵਿਸਿਜ਼। ਜਿਹੜੇ ਐਕਸਪਰਟਸ ਹੈਗੇ ਆ ਮੈਨੇਜਮੈਂਟ ਦੇ ਵਿੱਚ, ਐਕਸਪਰਟਸ ਇਨ ਫਾਰਮ ਮੈਨੇਜਮੈਂਟ ਆਰ ਨਾਟ ਪ੍ਰੋਵਾਈਡਿੰਗ ਦੀ ਟ੍ਰੇਨਿੰਗ ਟੂ ਦੀ ਫਾਰਮਰਸ ਟੂ ਮੇਨਟੇਨ ਦੀ ਫਾਰਮ ਅਕਾਊਂਟਸ। ਉਸ ਤੋਂ ਬਾਅਦ ਟ੍ਰਿਪਲ ਰੋਲ ਆਫ ਦੀ ਫਾਰਮਰ। ਫਾਰਮਰ 3 ਰੋਲ ਪਲੇ ਕਰਦਾ ਹੈ ਜੀ। ਹੀ ਇਜ਼ ਦੀ ਓਨਲੀ ਫਾਈਨੈਂਸਰ, he is not only the financer but he is the manager and the laborer as well। ਮੀਨਸ ਉਹ ਆਪ ਹੀ ਓਨਰ ਆ, ਆਪ ਹੀ ਉਹਦੇ 'ਤੇ ਕੰਮ ਕਰਨੇ ਵਾਲਾ, ਆਪ ਹੀ ਮੈਨੇਜਰ ਆ, ਸਾਰਾ ਕੁਛ ਉਹ ਆਪ ਆ। ਇਸ ਲਈ ਉਹ ਕੰਮ ਵੀ ਕਰਦਾ ਹੈ, ਅਤੇ ਉਹਦੇ ਕੋਲੇ ਹੀ ਨੈਵਰ ਕੈਲਕੂਲੇਟਸ ਹਿਜ਼ ਵੇਜਸ। ਉਹ ਜਿਹੜੀਆਂ ਆਪਣੀਆਂ ਵੇਜਸ ਆ ਉਹ ਤਾਂ ਕੈਲਕੂਲੇਟ ਕਰਦਾ ਹੀ ਨਹੀਂ ਹੈ। ਆਪਣੀ ਲੈਂਡ ਦੀ ਜਿਹੜੀ ਕਾਸਟ ਆ ਉਹ ਤਾਂ ਉਹਦੇ ਵਿੱਚ ਕੈਲਕੂਲੇਟ ਕਰਦਾ ਹੀ ਨਹੀਂ ਹੈ। ਇਸ ਲਈ ਉਹਦੇ ਵਿੱਚ ਉਹ ਮੈਂਟਲੀ ਐਂਡ ਫਿਜ਼ੀਕਲੀ ਬਹੁਤ ਜ਼ਿਆਦਾ ਇਨਵੋਲਵ ਹੋ ਜਾਂਦਾ, ਅਤੇ ਉਹਦੇ ਲਈ ਜਿਹੜੇ ਰਿਕਾਰਡਸ ਰੱਖਣੇ ਆ ਉਹ ਬਹੁਤ ਜ਼ਿਆਦਾ ਔਖੇ ਹੋ ਜਾਂਦੇ ਆ। ਇਹ ਸੀਗਾ ਕਿ ਫਾਰਮਰ ਨੂੰ ਕਿਹੜੀਆਂ ਡਿਫੀਕਲਟੀਜ਼ ਆਉਂਦੀਆਂ। ਇਹਦੇ ਨਾਲ ਸਾਡਾ ਇਹ ਕੰਸੈਪਟ ਕੰਪਲੀਟ ਹੁੰਦਾ। ਨੈਕਸਟ ਆਪਾਂ ਅਗਲੇ ਟੋਪਿਕ ਲੈਕਚਰ ਦੇ ਵਿੱਚ ਕਰਾਂਗੇ। ਥੈਂਕ ਯੂ ਸੋ ਮਚ।